ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਅੱਜ ਰੋਜ਼ਿਆਂ ਦੇ ਚੌਥੇ ਹਫ਼ਤੇ ਦੇ ਵਿੱਚ ਅਸੀਂ ਆ ਗਏ ਹਾਂ। ਆਓ ਅਸੀਂ ਅੱਜ ਇੱਕ ਵਾਰੀ ਫੇਰ ਆਪਣਾ ਧਿਆਨ ਪ੍ਰਭੂ ਦੇ ਵਚਨ ਉੱਤੇ ਲਾਈਏ। ਅੱਜ ਦਾ ਪਹਿਲਾ ਪਾਠ ਕੂਚ ਦਾ ਗ੍ਰੰਥ, ਉਸ ਦਾ 32 ਅਧਿਆਏ 7 ਤੋਂ ਲੈ ਕੇ 14 ਐਤ ਤੱਕ। ਅੰਜੀਲ ਯਹੂਨਾ ਦੀ 5ਵਾਂ ਅਧਿਆਏ 31 ਤੋਂ ਲੈ ਕੇ 47 ਐਤ ਤੱਕ। ਅੱਜ ਦੇ ਪਹਿਲੇ ਪਾਠ ਦੇ ਵਿੱਚ ਅਸੀਂ ਸੁਣਾਂਗੇ ਕਿ ਕਿਸ ਤਰ੍ਹਾਂ ਇਸਰਾਈਲੀ ਲੋਕਾਂ ਨੇ ਖੁਦਾ ਦੀ ਆਵਾਜ਼ ਨੂੰ ਸੁਣਨ ਤੋਂ ਇਨਕਾਰ ਕੀਤਾ, ਆਪਣੀਆਂ ਮਰਜ਼ੀਆਂ ਕਰਨ ਲੱਗ ਪਏ ਅਤੇ ਜਿਸ ਕਾਰਨ ਖੁਦਾ ਦਾ ਗੁੱਸਾ ਉਹਨਾਂ ਦੇ ਉੱਤੇ ਭੜਕਿਆ। ਅਤੇ ਅੰਜੀਲ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਜੋ ਧਰਮ ਦੇ ਪਹਿਰੇਦਾਰ ਸਨ, ਉਹ ਪ੍ਰਭੂ ਯਿਸੂ ਮਸੀਹ ਨੂੰ ਸਮਝਣ ਵਿੱਚ ਅਤੇ ਉਹਦੀ ਆਵਾਜ਼ ਨੂੰ, ਉਹਦੀ ਬਾਣੀ ਉੱਤੇ ਧਿਆਨ ਕਰਨ ਦੇ ਲਈ ਤਿਆਰ ਨਹੀਂ ਸਨ, ਉਹਨੂੰ ਮੰਨਣ ਦੇ ਲਈ ਤਿਆਰ ਨਹੀਂ ਸਨ। ਆਓ ਅਸੀਂ ਅੱਜ ਪ੍ਰਭੂ ਦੇ ਵਚਨ ਨੂੰ ਸੁਣੀਏ, ਉਹ 'ਤੇ ਧਿਆਨ ਲਾਈਏ, ਉਸ ਨੂੰ ਮੰਨੀਏ ਅਤੇ ਉਸ ਅਨੁਸਾਰ ਆਪਣਾ ਜੀਵਨ ਗੁਜ਼ਾਰੀਏ। ਪਾਠ ਪਹਿਲਾ ਕੂਚ ਦਾ ਗ੍ਰੰਥ, ਉਸ ਦਾ 32 ਬਾਬ 7 ਐਤ ਤੋਂ ਲੈ ਕੇ 14 ਐਤ ਤੱਕ। ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਵਾਪਸ ਹੇਠ ਜਾ। ਤੇਰੇ ਲੋਕ ਜਿਨ੍ਹਾਂ ਨੂੰ ਤੂੰ ਮਿਸਰ ਤੋਂ ਬਾਹਰ ਕੱਢ ਲਿਆਇਆ ਹੈ, ਭ੍ਰਸ਼ਟ ਹੋ ਚੁੱਕੇ ਹਨ। ਉਹ ਮੇਰੇ ਦੱਸੇ ਰਾਹਾਂ ਤੋਂ ਛੇਤੀ ਹੀ ਭਟਕ ਗਏ ਹਨ। ਉਹਨਾਂ ਨੇ ਇੱਕ ਸੋਨੇ ਦਾ ਢਾਲਿਆ ਵਸ਼ਾ ਬਣਾ ਲਿਆ ਹੈ, ਜਿਸ ਦੀ ਉਹਨਾਂ ਉਪਾਸਨਾ ਕੀਤੀ ਅਤੇ ਉਸ ਅੱਗੇ ਬਲੀਆਂ ਵੀ ਚੜ੍ਹਾਈਆਂ ਹਨ। ਉਹ ਕਹਿ ਰਹੇ ਹਨ, ਇਸਰਾਏਲ ਦੇ ਲੋਕੋ, ਇਹ ਤੁਹਾਡਾ ਦੇਵਤਾ ਹੈ ਜੋ ਤੁਹਾਨੂੰ ਮਿਸਰ ਤੋਂ ਛੁਡਾ ਕੇ ਲਿਆਇਆ ਹੈ। ਮੈਂ ਇਹਨਾਂ ਲੋਕਾਂ ਨੂੰ ਦੇਖ ਲਿਆ ਹੈ, ਇਹ ਬਹੁਤ ਹੱਠੀ ਹਨ। ਇਸ ਲਈ ਤੂੰ ਹੁਣ ਮੈਨੂੰ ਨਾ ਰੋਕਣਾ। ਮੈਂ ਇਹਨਾਂ ਨੂੰ ਭਸਮ ਕਰ ਦੇਵਾਂਗਾ, ਪਰ ਤੇਰੇ ਅਤੇ ਤੇਰੀ ਸੰਤਾਨ ਤੋਂ ਇੱਕ ਵੱਡੀ ਕੌਮ ਪੈਦਾ ਕਰਾਂਗਾ। ਪਰ ਮੂਸਾ ਨੇ ਪ੍ਰਭੂ ਆਪਣੇ ਪਰਮੇਸ਼ਰ ਅੱਗੇ ਤਰਲਾ ਕਰਦੇ ਹੋਏ ਇਹ ਬੇਨਤੀ ਕੀਤੀ, ਹੇ ਪ੍ਰਭੂ, ਤੇਰਾ ਕ੍ਰੋਧ ਇਹਨਾਂ ਲੋਕਾਂ 'ਤੇ ਨਾ ਭੜਕੇ। ਤੂੰ ਹੀ ਤਾਂ ਇਹਨਾਂ ਨੂੰ ਆਪਣੀ ਵੱਡੀ ਸ਼ਕਤੀ ਨਾਲ ਮਿਸਰ ਤੋਂ ਬਾਹਰ ਕੱਢ ਕੇ ਲਿਆਇਆ ਹੈ। ਕਿਤੇ ਮਿਸਰੀ ਲੋਕ ਇਹ ਨਾ ਕਹਿਣ ਕਿ ਤੂੰ ਬੁਰੇ ਵਿਚਾਰ ਨਾਲ ਹੀ ਇਹਨਾਂ ਨੂੰ ਬਾਹਰ ਕੱਢ ਕੇ ਲਿਆਇਆ ਸਾਂ, ਕਿ ਤੂੰ ਇਹਨਾਂ ਨੂੰ ਪਹਾੜ ਉੱਤੇ ਨਾਸ਼ ਕਰੇ ਅਤੇ ਧਰਤੀ ਤੋਂ ਇਹਨਾਂ ਦਾ ਨਾਂ ਥੇ ਖਤਮ ਕਰ ਦੇਵੇ। ਇਸ ਲਈ ਤੂੰ ਆਪਣੇ ਕ੍ਰੋਧ ਨੂੰ ਆਪਣੇ ਲੋਕਾਂ 'ਤੇ ਆਉਣ ਤੋਂ ਰੋਕ ਅਤੇ ਆਪਣੇ ਫੈਸਲੇ ਨੂੰ ਬਦਲ ਦੇ। ਤੂੰ ਆਪਣੇ ਦਾਸਾਂ ਅਬਰਾਹਮ, ਇਸਹਾਕ ਅਤੇ ਯਾਕੂਬ ਨੂੰ ਯਾਦ ਕਰ। ਤੂੰ ਉਹਨਾਂ ਨੂੰ ਦਿੱਤੀ ਪ੍ਰਤਿੱਗਿਆ ਨੂੰ ਯਾਦ ਕਰ। ਮੈਂ ਤੁਹਾਡੀ ਸੰਤਾਨ ਨੂੰ ਗਿਣਤੀ ਵਿੱਚ ਆਕਾਸ਼ ਦੇ ਤਾਰਿਆਂ ਵਾਂਗ ਵਧਾਵਾਂਗਾ। ਮੈਂ ਇਹ ਧਰਤੀ ਤੁਹਾਡੀ ਸੰਤਾਨ ਦੇਵਾਂਗਾ ਕਿ ਇਹ ਉਹਨਾਂ ਦੀ ਹਮੇਸ਼ਾ ਦੇ ਲਈ ਮਲਕੀਅਤ ਹੋਵੇ। ਤਦ ਪ੍ਰਭੂ ਨੇ ਆਪਣੇ ਬੁਰੇ ਫੈਸਲੇ ਨੂੰ ਬਦਲ ਦਿੱਤਾ ਜੋ ਉਹ ਆਪਣੇ ਲੋਕਾਂ 'ਤੇ ਦੇਣ ਵਾਲਾ ਸੀ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਯਹੂਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਜੇਕਰ ਮੈਂ ਆਪਣੇ ਹੱਕ ਵਿੱਚ ਆਪ ਗਵਾਹੀ ਦਿੰਦਾ ਹਾਂ ਤਾਂ ਮੇਰੀ ਗਵਾਹੀ ਸੱਚੀ ਨਹੀਂ ਹੈ। ਕੋਈ ਹੋਰ ਹੈ ਜੋ ਮੇਰੇ ਹੱਕ ਵਿੱਚ ਗਵਾਹੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਜੋ ਗਵਾਹੀ ਉਹ ਮੇਰੇ ਬਾਰੇ ਦਿੰਦਾ ਹੈ ਉਹ ਸੱਚੀ ਹੈ। ਤੁਸੀਂ ਯਹੂਨਾ ਕੋਲ ਲੋਕਾਂ ਨੂੰ ਘੱਲਿਆ, ਉਸ ਨੇ ਸੱਚਾਈ ਦੇ ਬਾਰੇ ਗਵਾਹੀ ਦਿੱਤੀ। ਇਹ ਨਹੀਂ ਕਿ ਮੈਂ ਆਪਣੇ ਬਾਰੇ ਮਨੁੱਖ ਦੀ ਗਵਾਹੀ ਸਵੀਕਾਰ ਕਰਦਾ ਹਾਂ, ਪਰ ਮੈਂ ਇਹ ਇਸ ਲਈ ਕਹਿੰਦਾ ਹਾਂ ਕਿ ਤੁਸੀਂ ਬਚ ਜਾਓ। ਯਹੂਨਾ ਇੱਕ ਬਲਦਾ ਅਤੇ ਚਮਕਦਾ ਹੋਇਆ ਦੀਵਾ ਸੀ ਅਤੇ ਤੁਸੀਂ ਉਸ ਦੇ ਚਾਨਣ ਵਿੱਚ ਥੋੜ੍ਹੇ ਚਿਰ ਦੇ ਲਈ ਆਨੰਦ ਮਾਣਨਾ ਚਾਹਿਆ। ਪਰ ਮੇਰੇ ਕੋਲ ਜੋ ਗਵਾਹੀ ਹੈ ਉਹ ਯਹੂਨਾ ਦੀ ਗਵਾਹੀ ਤੋਂ ਮਹਾਨ ਹੈ, ਕਿਉਂਕਿ ਬਾਪ ਨੇ ਜੋ ਕੰਮ ਮੈਨੂੰ ਪੂਰੇ ਕਰਨ ਲਈ ਦਿੱਤੇ ਹਨ, ਉਹ ਕੰਮ ਜੋ ਮੈਂ ਕਰਦਾ ਹਾਂ ਮੇਰੇ ਹੱਕ ਵਿੱਚ ਗਵਾਹੀ ਦਿੰਦੇ ਹਨ ਕਿ ਬਾਪ ਨੇ ਮੈਨੂੰ ਘੱਲਿਆ ਹੈ।
ਬਾਪ ਜਿਸ ਨੇ ਮੈਨੂੰ ਘੱਲਿਆ ਹੈ ਮੇਰੇ ਹੱਕ ਵਿੱਚ ਆਪ ਗਵਾਹੀ ਦਿੰਦਾ ਹੈ। ਤੁਸੀਂ ਉਸ ਦੀ ਆਵਾਜ਼ ਕਦੇ ਨਹੀਂ ਸੁਣੀ ਅਤੇ ਉਸ ਦਾ ਸਰੂਪ ਕਦੇ ਨਹੀਂ ਦੇਖਿਆ ਅਤੇ ਉਸ ਦਾ ਵਚਨ ਤੁਹਾਡੇ ਅੰਦਰ ਕਾਇਮ ਨਹੀਂ ਰਹਿੰਦਾ, ਕਿਉਂਕਿ ਤੁਸੀਂ ਉਸ ਦਾ ਵਿਸ਼ਵਾਸ ਨਹੀਂ ਕਰਦੇ ਹੋ ਜਿਸ ਨੂੰ ਉਸ ਨੇ ਘੱਲਿਆ ਹੈ। ਤੁਸੀਂ ਪਵਿੱਤਰ ਲਿਖਤਾਂ ਦੀ ਛਾਣਬੀਣ ਕਰਦੇ ਹੋ, ਕਿਉਂਕਿ ਤੁਸੀਂ ਗੁਮਾਨ ਕਰਦੇ ਹੋ ਕਿ ਉਹਨਾਂ ਵਿੱਚੋਂ ਤੁਹਾਨੂੰ ਅਨੰਤ ਜੀਵਨ ਮਿਲੇਗਾ। ਉਹੀ ਹਨ ਜੋ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ। ਫਿਰ ਵੀ ਤੁਸੀਂ ਜੀਵਨ ਪਾਉਣ ਲਈ ਮੇਰੇ ਕੋਲ ਆਉਣ ਤੋਂ ਇਨਕਾਰ ਕਰਦੇ ਹੋ। ਮੈਂ ਮਨੁੱਖਾਂ ਵੱਲੋਂ ਵਡਿਆਈ ਨਹੀਂ ਚਾਹੁੰਦਾ, ਪਰ ਮੈਂ ਜਾਣਦਾ ਹਾਂ ਕਿ ਤੁਹਾਡੇ ਅੰਦਰ ਖੁਦਾ ਦਾ ਪਿਆਰ ਨਹੀਂ ਹੈ। ਮੈਂ ਆਪਣੇ ਬਾਪ ਦੇ ਨਾਂ 'ਤੇ ਆਇਆ ਹਾਂ, ਪਰ ਤੁਸੀਂ ਮੈਨੂੰ ਸਵੀਕਾਰ ਨਹੀਂ ਕਰਦੇ ਹੋ। ਜੇਕਰ ਹੋਰ ਕੋਈ ਆਪਣੇ ਹੀ ਨਾਂ 'ਤੇ ਆਵੇ ਤਾਂ ਉਸ ਨੂੰ ਤੁਸੀਂ ਸਵੀਕਾਰ ਕਰੋਗੇ। ਤੁਸੀਂ ਕਿਸ ਤਰ੍ਹਾਂ ਈਮਾਨ ਲਿਆ ਸਕਦੇ ਹੋ ਜਦੋਂ ਕਿ ਤੁਸੀਂ ਇੱਕ ਦੂਜੇ ਤੋਂ ਵਡਿਆਈ ਸਵੀਕਾਰ ਕਰਦੇ ਹੋ ਅਤੇ ਉਸ ਵਡਿਆਈ ਦੀ ਖੋਜ ਨਹੀਂ ਕਰਦੇ ਜੋ ਇੱਕੋ ਇੱਕ ਖੁਦਾ ਵੱਲੋਂ ਹੀ ਮਿਲਦੀ ਹੈ। ਇਹ ਨਾ ਸੋਚੋ ਕਿ ਬਾਪ ਦੇ ਸਾਹਮਣੇ ਮੈਂ ਤੁਹਾਡੇ ਉੱਤੇ ਦੋਸ਼ ਲਾਵਾਂਗਾ। ਇਹ ਮੂਸਾ ਹੈ ਜੋ ਤੁਹਾਡੇ ਉੱਤੇ ਦੋਸ਼ ਲਾਉਣ ਵਾਲਾ ਹੈ, ਜਿਸ ਉੱਤੇ ਤੁਸੀਂ ਉਮੀਦ ਰੱਖੀ ਬੈਠੇ ਹੋ। ਜੇਕਰ ਤੁਸੀਂ ਮੂਸਾ ਦੀ ਮੰਨੀ ਹੁੰਦੀ ਤਾਂ ਤੁਸੀਂ ਮੇਰੀ ਵੀ ਮੰਨਦੇ, ਕਿਉਂਕਿ ਉਸ ਨੇ ਮੇਰੇ ਬਾਰੇ ਹੀ ਲਿਖਿਆ ਹੈ। ਪਰ ਜੇਕਰ ਤੁਸੀਂ ਉਸ ਦੀਆਂ ਲਿਖਤਾਂ ਨੂੰ ਨਹੀਂ ਮੰਨਿਆ ਤਾਂ ਤੁਸੀਂ ਮੇਰੇ ਕਹੇ ਵਚਨਾਂ ਨੂੰ ਕਿਸ ਤਰ੍ਹਾਂ ਮੰਨੋਗੇ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਅਸੀਂ ਪਾਕ ਕਲਾਮ ਦੇ ਵਿੱਚੋਂ 2 ਪਾਠ ਸੁਣੇ ਹਨ। ਅੱਜ ਦੇ ਪਹਿਲੇ ਪਾਠ ਦੇ ਵਿੱਚ ਅਸੀਂ ਖੁਦਾ ਦੇ ਪਿਆਰ ਦੇ ਬਾਰੇ ਅਸੀਂ ਸੁਣਿਆ ਹੈ। ਖੁਦਾ ਨੇ ਇਸਰਾਈਲੀ ਕੌਮ ਦੇ ਨਾਲ ਕਿੰਨਾ ਪਿਆਰ ਕੀਤਾ। ਕਿਸ ਤਰ੍ਹਾਂ ਪਿਆਰ ਕੀਤਾ? ਉਸਨੇ ਪਹਿਲਾਂ ਮੂਸਾ ਨੂੰ ਤਿਆਰ ਕੀਤਾ, ਮੂਸਾ ਨੂੰ ਚੁਣਿਆ, ਮੂਸਾ ਨੂੰ ਉਹਨਾਂ ਨੂੰ ਆਜ਼ਾਦ ਕਰਨ ਦੇ ਲਈ ਮਿਸਰ ਵਿੱਚ ਘੱਲਿਆ ਤੇ ਮੂਸਾ ਨੇ ਵੀ ਖੁਦਾ ਦੇ ਹੁਕਮਾਂ ਦੇ ਅਨੁਸਾਰ ਇਸਰਾਈਲੀ ਕੌਮ ਨੂੰ ਮਿਸਰ ਦੀ ਗੁਲਾਮੀ ਤੋਂ ਆਜ਼ਾਦ ਕਰਕੇ ਵਾਅਦਾ ਕੀਤੀ ਹੋਈ ਧਰਤੀ ਵੱਲ ਲੈ ਕੇ ਜਾਣ ਦੇ ਲਈ ਉਹਨਾਂ ਦੀ ਅਗਵਾਈ ਕਰਨ ਦੇ ਲਈ ਅੱਗੇ ਆ ਗਿਆ। ਦੇਖੋ, ਖੁਦਾ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਕਿੰਨੇ ਵੱਡੇ ਵੱਡੇ ਕੰਮ ਕੀਤੇ। ਉਹਨਾਂ ਨੂੰ ਗੁਲਾਮੀ ਤੋਂ ਛੁਡਾਇਆ, ਉਹਨਾਂ ਨੂੰ ਸਾਗਰ ਦੇ ਵਿੱਚੋਂ ਦੀ ਰਸਤਾ ਬਣਾ ਕੇ ਉਹਦੇ ਵਿੱਚੋਂ ਦੀ ਪਾਰ ਲੰਘਾਇਆ। ਉਜਾੜ ਬਿਆਬਾਨ ਦੇ ਵਿੱਚ ਜਦੋਂ ਉਹਨਾਂ ਦੇ ਕੋਲ ਖਾਣ ਦੇ ਲਈ ਕੁਝ ਵੀ ਨਹੀਂ ਸੀ, ਖੁਦਾ ਨੇ ਉਹਨਾਂ ਦੇ ਲਈ ਮੰਨੇ ਦਾ ਬੰਦੋਬਸਤ ਕੀਤਾ। ਸਵਰਗੋਂ ਉਹਨਾਂ ਨੂੰ ਮੰਨਾ ਦਿੱਤਾ। ਪੀਣ ਲਈ ਜਦੋਂ ਪਾਣੀ ਨਹੀਂ ਸੀ ਤੇ ਪ੍ਰਭੂ ਨੇ ਉਹਨਾਂ ਦੇ ਲਈ ਚਟਾਨ ਤੋਂ ਪਾਣੀ ਮੁਹੱਈਆ ਕਰਵਾਇਆ ਅਤੇ ਉਹ ਚਟਾਨ ਉਹਨਾਂ ਦੇ ਨਾਲ ਨਾਲ ਚੱਲਦੀ ਰਹੀ। ਇੰਨਾ ਪਿਆਰ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਖੁਦਾ ਦੇ ਪਿਆਰ ਨੂੰ ਠੁਕਰਾ ਦਿੱਤਾ। ਪਿਆਰ ਨੂੰ ਕਿਸ ਤਰ੍ਹਾਂ ਠੁਕਰਾਇਆ? ਉਹਨਾਂ ਨੇ ਸੋਨੇ ਦਾ ਇੱਕ ਵੱਛਾ ਬਣਾਇਆ ਅਤੇ ਉਸ ਵੱਛੇ ਦੀ ਉਹਨਾਂ ਨੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਆਰਾਧਨਾ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਬਾਰੇ ਅਸੀਂ ਅੱਜ ਦੇ ਪਹਿਲੇ ਪਾਠ ਦੇ ਵਿੱਚ ਸੁਣਿਆ ਹੈ ਅਤੇ ਖੁਦਾ ਨੂੰ ਉਹਨਾਂ ਦੇ ਇਸ ਕਾਰੇ ਦੇ ਉੱਤੇ ਗੁੱਸਾ ਆਇਆ। ਇਸੇ ਕਰਕੇ ਉਹ ਮੂਸਾ ਨੂੰ ਕਹਿੰਦਾ ਹੈ ਕਿ ਥੱਲੇ ਜਾ ਅਤੇ ਦੇਖ, ਤੇਰੇ ਲੋਕਾਂ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ, ਉਹਨਾਂ ਨੇ ਮੈਨੂੰ ਤਿਆਗ ਦਿੱਤਾ ਹੈ। ਉਹਨਾਂ ਨੇ ਸੋਨੇ ਦਾ ਵੱਛਾ ਬਣਾ ਕੇ ਉਸ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਂ ਪਿਆਰੇ ਭਰਾਓ ਤੇ ਭੈਣੋ, ਸਾਡੇ ਜੀਵਨ ਦੇ ਵਿੱਚ ਵੀ ਅਸੀਂ ਖੁਦਾ ਨੂੰ ਕਿੰਨੀ ਵਾਰ ਤਿਆਗਿਆ ਹੈ, ਕਿੰਨੀ ਵਾਰ ਅਸੀਂ ਖੁਦਾ ਦਾ ਇਨਕਾਰ ਕੀਤਾ ਹੈ। ਸਾਡੇ ਜੀਵਨ ਵਿੱਚ ਵੀ ਇਸਰਾਈਲੀ ਲੋਕਾਂ ਦੇ ਵਾਂਗ ਖੁਦਾ ਨੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਨੇ। ਹਰ ਇੱਕ ਚੀਜ਼ ਖੁਦਾ ਨੇ ਸਾਡੇ ਲਈ ਮੁਹੱਈਆ ਕਰਵਾਈ ਹੈ। ਸਰੀਰਕ ਤੰਦਰੁਸਤੀ ਦਿੱਤੀ ਹੈ, ਖਾਣ ਲਈ ਭੋਜਨ ਦਿੱਤਾ ਹੈ, ਪਰਿਵਾਰ ਦਿੱਤਾ ਹੈ, ਹਰ ਤਰ੍ਹਾਂ ਦੀ ਲੋੜ ਨੂੰ ਖੁਦਾ ਨੇ ਪੂਰੀਆਂ ਕੀਤਾ ਹੈ। ਲੇਕਿਨ ਅਸੀਂ ਵੀ ਇਸਰਾਈਲੀਆਂ ਦੇ ਵਾਂਗ ਕਈ ਵਾਰ ਸਾਡੀ ਇੱਕ ਜ਼ਰੂਰਤ ਪੂਰੀ ਨਾ ਹੋਣ ਤੇ ਅਸੀਂ ਵਿਰੋਧ ਕਰਦੇ ਹਾਂ। ਅਸੀਂ
ਈਮਾਨ ਤੋਂ ਭਟਕ ਜਾਂਦੇ ਹਾਂ, ਅਸੀਂ ਥਾਂ ਤੇ ਠੋਕਰਾਂ ਖਾਂਦੇ ਹਾਂ, ਅਸੀਂ ਵੀ ਕਿੰਨੇ ਬੁੱਤ ਬਣਾ ਕੇ ਉਹਨਾਂ ਦੀ ਅਸੀਂ ਪੂਜਾ ਕਰਦੇ ਹਾਂ। ਆਪਣੇ ਆਪ ਤੋਂ ਅਸੀਂ ਪੁੱਛਣਾ ਹੈ, ਕਿੰਨੀ ਵਾਰ ਅਸੀਂ ਇੱਕ ਕਲੀਸਿਆ ਦੇ ਮੈਂਬਰ ਹੋਣ ਦੇ ਨਾਤੇ ਜਦੋਂ ਸਾਡੀ ਕਿਸੇ ਨਾਲ ਨਾਰਾਜ਼ਗੀ ਹੋ ਜਾਂਦੀ ਹੈ, ਜਦੋਂ ਸਾਡੀ ਖੁਦਾ ਦੁਆ ਸੁਣਨ ਦੇ ਵਿੱਚ ਦੇਰੀ ਕਰ ਦਿੰਦਾ ਹੈ, ਤੇ ਅਸੀਂ ਕਿਸ ਤਰ੍ਹਾਂ ਆਪਣੇ ਉਸ ਖੁਦਾ ਦਾ ਹੀ ਮਜ਼ਾਕ ਉਡਾਉਂਦੇ ਹਾਂ। ਅਸੀਂ ਥਾਂ ਤੇ ਜਾਂਦੇ ਹਾਂ, ਅਸੀਂ ਖੁਦਾ ਦੀ ਨਹੀਂ, ਅਸੀਂ ਦੂਜਿਆਂ ਦੀ ਪੂਜਾ ਕਰਦੇ ਹਾਂ। ਇਹਦਾ ਮਤਲਬ ਹੈ ਕਿ ਸਾਨੂੰ ਖੁਦਾ ਤੇ ਵਿਸ਼ਵਾਸ ਨਹੀਂ ਹੈ, ਸਾਨੂੰ ਖੁਦਾ ਦੇ ਉੱਤੇ ਭਰੋਸਾ ਨਹੀਂ ਹੈ, ਇਸੇ ਕਰਕੇ ਅਸੀਂ ਥਾਂ ਤੇ ਭਟਕਦੇ ਹਾਂ। ਇਸਰਾਈਲੀ ਕੌਮ ਦੇ ਲੋਕਾਂ ਨੇ ਵੀ ਇਸੇ ਤਰ੍ਹਾਂ ਹੀ ਕੀਤਾ, ਭਟਕਣ ਲੱਗ ਪਏ ਤੇ ਖੁਦਾ ਦਾ ਕਹਿਰ ਉਹਨਾਂ ਦੇ ਉੱਤੇ ਭੜਕਿਆ। ਖੁਦਾ ਨੇ ਉਹਨਾਂ ਨੂੰ ਸਜ਼ਾ ਦਿੱਤੀ। ਤੇ ਪਿਆਰਿਓ, ਅੱਜ ਦੀ ਅੰਜੀਲ ਦੇ ਵਿੱਚ ਵੀ ਪ੍ਰਭੂ ਯਿਸੂ ਸਾਫ਼ ਕਹਿੰਦਾ ਹੈ ਕਿ ਮੈਂ ਹੁਣ ਆਪਣੇ ਬਾਪ ਵੱਲੋਂ ਘੱਲਿਆ ਗਿਆ ਹਾਂ, ਮੈਂ ਜੋ ਬਾਪ ਨੇ ਮੈਨੂੰ ਕਰਨ ਦੇ ਲਈ ਕਿਹਾ ਹੈ, ਮੈਂ ਉਸ ਦੀ ਗਵਾਹੀ ਦੇਣ ਦੇ ਲਈ ਆਇਆ ਹਾਂ। ਤੇ ਹੁਣ ਤੁਸੀਂ ਮੇਰੇ ਉੱਤੇ ਵਿਸ਼ਵਾਸ ਨਹੀਂ ਕਰ ਰਹੇ ਹੋ। ਮੇਰੇ ਬਾਰੇ ਗਵਾਹੀ ਯਹੂਨਾ ਨੇ ਵੀ ਦਿੱਤੀ ਹੈ, ਪਰ ਤੁਸੀਂ ਉਸ ਦੀ ਵੀ ਗਵਾਹੀ ਸੁਣਨ ਤੋਂ ਮੰਨਣ ਤੋਂ ਇਨਕਾਰ ਕੀਤਾ ਹੈ। ਤੇ ਪ੍ਰਭੂ ਕਹਿੰਦਾ ਹੈ ਕਿ ਜਿਹੜਾ ਕੋਈ ਆਪਣੇ ਨਾਂ ਦੇ ਉੱਤੇ ਆਉਂਦਾ ਹੈ, ਤੁਸੀਂ ਉਸ ਦੀ ਮੰਨਦੇ ਹੋ, ਪਰ ਜਿਹੜਾ ਖੁਦਾ ਦੇ ਵੱਲੋਂ ਹੈ, ਖੁਦਾ ਦੇ ਦੁਆਰਾ ਮੁਕਰਰ ਕੀਤਾ ਗਿਆ ਹੈ, ਉਸ ਦੀਆਂ ਤੁਸੀਂ ਗੱਲਾਂ ਨਹੀਂ ਮੰਨਦੇ ਹੋ। ਹੁਣ ਇੱਥੇ ਸੋਚਣ ਵਾਲੀ ਗੱਲ ਹੈ, ਪ੍ਰਭੂ ਯਿਸੂ ਮਸੀਹ ਸਾਨੂੰ ਸਾਰਿਆਂ ਨੂੰ ਅੱਜ ਸੰਦੇਸ਼ ਦੇ ਰਿਹਾ ਹੈ ਕਿ ਕਈ ਲੋਕ ਆਪਣੇ ਆਪ ਦੇ ਵਿੱਚ ਹੀ ਆ ਕੇ ਪ੍ਰਚਾਰ ਵਿੱਚ ਲੱਗ ਜਾਂਦੇ ਨੇ। ਉਹਨਾਂ ਨੂੰ ਕਿਸੇ ਨੇ ਮੁਕਰਰ ਨਹੀਂ ਕੀਤਾ ਹੈ, ਆਪਣੀ ਹੀ ਆਜ਼ਾਦ ਮਰਜ਼ੀ ਦੇ ਨਾਲ ਉਹ ਪ੍ਰਚਾਰ ਦਾ ਕੰਮ ਸ਼ੁਰੂ ਕਰ ਦਿੰਦੇ ਹਨ ਅਤੇ ਅਸੀਂ ਉਹਨਾਂ ਦੇ ਪਿੱਛੇ ਲੱਗ ਜਾਂਦੇ ਹਾਂ। ਅਸੀਂ ਸਹੀ ਈਮਾਨ ਤੋਂ ਭਟਕ ਜਾਂਦੇ ਹਾਂ, ਅਸੀਂ ਸਹੀ ਕਲੀਸਿਆ ਤੋਂ ਅਲੱਗ ਹੋ ਜਾਂਦੇ ਹਾਂ। ਤੇ ਪਿਆਰਿਓ, ਅੱਜ ਪ੍ਰਭੂ ਸਾਨੂੰ ਇਹ ਦੱਸਦਾ ਹੈ ਕਿ ਤੁਸੀਂ ਈਮਾਨ ਦੇ ਵਿੱਚ ਪਹਿਲੀ ਗੱਲ ਹੈ ਕਿ ਪੱਕੇ ਰਹਿਣਾ ਹੈ, ਖੁਦਾ ਦੇ ਨਾਲ ਜੁੜਨਾ ਹੈ, ਇਨਸਾਨ ਦੇ ਨਾਲ ਨਹੀਂ ਜੁੜਨਾ ਹੈ। ਖੁਦਾ ਦੀ ਬਾਣੀ ਨੂੰ ਸੁਣਨਾ ਹੈ, ਉਹਦੇ ਤੇ ਅਮਲ ਕਰਨਾ ਹੈ। ਇਸਰਾਈਲੀ ਕੌਮ ਵੀ ਖੁਦਾ ਦੇ ਨਾਲ ਜੁੜਨ ਦੀ ਬਜਾਏ ਉਹ ਖੁਦਾ ਤੋਂ ਦੂਰ ਹੋ ਗਈ। ਅਸੀਂ ਵੀ ਖੁਦਾ ਤੋਂ ਦੂਰ ਹੋ ਜਾਂਦੇ ਹਾਂ ਤੇ ਅਸੀਂ ਵਾਰ-ਵਾਰ ਗਲਤੀਆਂ ਕਰਦੇ ਹਾਂ, ਗੁਨਾਹ ਕਰਦੇ ਹਾਂ। ਤੇ ਅੱਜ ਦੋਵੇਂ ਪਾਠ ਸਾਨੂੰ ਇਹੋ ਹੀ ਸਿੱਖਿਆ ਦਿੰਦੇ ਹਨ ਕਿ ਅਸੀਂ ਇਸਰਾਈਲੀ ਕੌਮ ਦੇ ਵਾਂਗ ਬੇਈਮਾਨੇ ਨਾ ਹੋਈਏ, ਖੁਦਾ ਨੂੰ ਨਾਰਾਜ਼ ਨਾ ਕਰੀਏ, ਸਗੋਂ ਸਹੀ ਈਮਾਨ ਦੇ ਵਿੱਚ ਅੱਗੇ ਵਧਦੇ ਜਾਈਏ। ਦੂਜਿਆਂ ਨੂੰ ਵੀ ਸਹੀ ਈਮਾਨ ਦੇ ਵਿੱਚ ਕਾਇਮ ਰਹਿਣ ਦੇ ਲਈ ਸਿੱਖਿਆ ਦੇਈਏ, ਦੂਜਿਆਂ ਨੂੰ ਵੀ ਸਹੀ ਸਿੱਖਿਆ ਦੇ ਕੇ ਉਹਨਾਂ ਨੂੰ ਵੀ ਈਮਾਨ ਦੇ ਵਿੱਚ ਕਾਇਮ ਰਹਿਣ ਦੇ ਵਿੱਚ ਉਹਨਾਂ ਦੀ ਅਸੀਂ ਮਦਦ ਕਰਦੇ ਰਹੀਏ। ਜਦੋਂ ਅਸੀਂ ਖੁਦ ਈਮਾਨ ਤੋਂ ਭਟਕ ਜਾਂਦੇ ਹਾਂ, ਅਸੀਂ ਦੂਜਿਆਂ ਨੂੰ ਵੀ ਭੜਕਾਉਂਦੇ ਹਾਂ, ਅਸੀਂ ਦੂਜਿਆਂ ਨੂੰ ਵੀ ਗੁੰਮਰਾਹ ਕਰਦੇ ਹਾਂ, ਅਸੀਂ ਦੂਜਿਆਂ ਨੂੰ ਵੀ ਸਹੀ ਰਸਤਾ ਛੱਡ ਕੇ ਗਲਤ ਰਸਤੇ ਤੇ ਲੈ ਕੇ ਜਾਂਦੇ ਹਾਂ। ਅੱਜ ਪ੍ਰਭੂ ਸਾਡੇ ਤੋਂ ਮੰਗ ਕਰ ਰਿਹਾ ਹੈ ਕਿ ਅਸੀਂ ਕਦੇ ਵੀ ਦੂਜਿਆਂ ਦੇ ਲਈ ਬੁਰਾ ਨਮੂਨਾ ਨਾ ਬਣੀਏ। ਅਸੀਂ ਦੂਜਿਆਂ ਦੇ ਲਈ ਸਹੀ ਨਮੂਨਾ ਬਣ ਕੇ ਉਹਨਾਂ ਦੇ ਸਾਹਮਣੇ ਖੁਦਾ ਦਾ ਜੋ ਰਸਤਾ ਉਸਨੇ ਸਾਨੂੰ ਦਿੱਤਾ ਹੈ ਉਹ ਦਿਖਾਈਏ। ਇਸ ਲਈ ਪਿਆਰਿਓ, ਅਸੀਂ ਫਰੀਸੀਆਂ ਦੇ ਵਾਂਗ ਛਾਣਬੀਣ ਕਰਨ ਵਾਲੇ, ਥਾਂ ਤੇ ਭਟਕਣ ਵਾਲੇ, ਦੋਸ਼ ਲਾਉਣ ਵਾਲੇ ਨਾ ਬਣੀਏ, ਸਗੋਂ ਸਹੀ ਈਮਾਨ ਦੇ ਵਿੱਚ ਕਾਇਮ ਰਹਿ ਕੇ ਮੂਸਾ ਦੇ ਵਾਂਗ ਅਤੇ ਸਾਡੇ ਮੁਕਤੀਦਾਤੇ ਪ੍ਰਭੂ ਯਿਸੂ ਮਸੀਹ ਦੇ ਵਾਂਗ ਖੁਦਾ ਬਾਪ ਦੀ ਮਰਜ਼ੀ ਨੂੰ ਜ਼ਿੰਦਗੀ ਦੇ ਵਿੱਚ ਪੂਰਾ ਕਰਦੇ ਰਹੀਏ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ।